जी, मैं मनजिंदर सिंह। ਅੱਜ ਸਾਡੀ ਟੀਮ ਪਹੁੰਚੀ ਹੈ ਗੁਰੂ ਨਾਨਕ ਮਿਸ਼ਨ ਹਸਪੀਟਲ ਢਾਹਾਂ ਕਲੇਰਾਂ ਵਿਖੇ, ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਔਰ ਖਾਸ ਕਰਕੇ ਦੁਆਬੇ ਏਰੀਏ ਦਾ ਬਹੁਤ ਹੀ ਸੁਪਰ ਸਪੈਸ਼ਲਿਸਟੀ ਹਸਪੀਟਲ ਹੈ, ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਮਾਹਰ ਡਾਕਟਰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਦੇ ਨੇ। ਅੱਜ ਗੱਲ ਕਰਾਵਾਂਗੇ ਤੁਹਾਡੀ ਡਾਕਟਰ ਆਰ ਕੇ ਅਮਨਦੀਪ ਜੀ, ਜੋ ਕਿ ਇੱਥੇ ਢਾਹਾਂ ਕਲੇਰਾਂ ਵਿਖੇ ਉਹਨਾਂ ਦੀ ਨਵੀਂ ਨਿਯੁਕਤੀ ਹੋਈ ਹੈ। ਔਰ ਜੇ ਮੈਂ ਗੱਲ ਕਰਾਂ, ਉਹ ਗਾਇਨੀ ਦੇ ਮਾਹਰ ਨੇ ਔਰ ਗਾਇਨੀ ਦੀ ਉਹਨਾਂ ਨੇ MD ਦੀ ਡਿਗਰੀ ਉਹਨਾਂ ਨੇ ਕੀਤੀ ਹੋਈ ਹੈ। ਗੱਲ ਕਰਾਉਂਦੇ ਹਾਂ ਤੁਹਾਡੀ ਡਾਕਟਰ ਮੈਡਮ ਆਰ ਕੇ ਅਮਨਦੀਪ ਜੀ। ਡਾਕਟਰ ਆਰ ਕੇ ਅਮਨਦੀਪ ਜੀ, ਤੁਹਾਡਾ ਸਵਾਗਤ ਹੈ। ਹਾਂਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਇੱਥੇ ਨਵੀਂ ਨਿਯੁਕਤੀ ਤੁਹਾਡੀ ਹੋਈ ਹੈ, ਜੇ ਤੁਹਾਡੇ ਕੋਲ ਮੁੱਢਲੀ ਜਾਣਕਾਰੀ ਲਈਏ ਤਾਂ ਤੁਸੀਂ ਕਿਸ ਇਲਾਕੇ ਦੇ ਰਹਿਣ ਵਾਲੇ ਹੋ ਔਰ ਕਿੱਥੋਂ ਕਿੱਥੋਂ ਤੁਹਾਡੀ ਮੁੱਢਲੀ ਪੜ੍ਹਾਈ ਹੋਈ ਔਰ ਉਹਦੇ ਬਾਰੇ ਜਾਣਕਾਰੀ ਦਿਓਗੇ ਸਾਡੇ ਦਰਸ਼ਕਾਂ ਨੂੰ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਡਾਕਟਰ ਆਰ ਕੇ ਅਮਨਦੀਪ ਹੈ। ਮੈਂ ਬੇਸਿਕਲੀ ਨਵਾਂ ਸ਼ਹਿਰ ਦੀ ਰਹਿਣ ਵਾਲੀ ਹਾਂ। ਅਤੇ ਜੇ ਮੇਰੀ ਸਟੱਡੀ ਦੀ ਗੱਲ ਕਰੀਏ ਤਾਂ ਮੇਰੀ MBBS ਰਜਿੰਦਰਾ ਹੌਸਪੀਟਲ ਪਟਿਆਲਾ ਤੋਂ ਐਂਡ ਮੇਰੀ MD ਦੀ ਡਿਗਰੀ ਜੋ ਹੈ ਉਹ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਹੈ। ਐਂਡ ਉਸ ਤੋਂ ਬਾਅਦ ਮੈਂ ਆਪਣੀ ਸੀਨੀਅਰ ਰੈਜ਼ੀਡੈਂਸੀ ਚੰਡੀਗੜ੍ਹ 32 ਸੈਕਟਰ ਗੌਰਮੈਂਟ ਮੈਡੀਕਲ ਕਾਲਜ ਤੋਂ ਕੀਤੀ। ਉਸ ਤੋਂ ਬਾਅਦ ਨੈਕਸਟ ਸੀਨੀਅਰ ਰੈਜ਼ੀਡੈਂਸੀ ਲਈ ਮੈਂ ਫਿਰ ਦੁਬਾਰਾ GMC ਅੰਮ੍ਰਿਤਸਰ ਤੋਂ ਆਪਣੀ ਕੀਤੀ ਹੈ। ਐਂਡ ਉਸ ਤੋਂ ਬਾਅਦ ਦੈਨ ਕੁਛ ਸਮਾਂ ਚੈਰੀਟੇਬਲ ਹੌਸਪੀਟਲ ਦੇ ਵਿੱਚ ਬਿਤਾਇਆ। ਐਂਡ ਦੈਨ IV ਹੌਸਪੀਟਲ ਨਵਾਂ ਸ਼ਹਿਰ ਦੇ ਵਿੱਚ ਮੈਂ 1 ਸਾਲ ਦੇ ਲਈ ਨਿਯੁਕਤ ਸੀ। ਉਸ ਤੋਂ ਬਾਅਦ ਹੁਣ ਮੈਂ ਇੱਥੇ ਢਾਹਾਂ ਕਲੇਰਾਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹੌਸਪੀਟਲ ਜੁਆਇਨ ਕੀਤਾ ਹੈ। ਮੈਡਮ ਜੀ, ਇਹ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਇਸ ਜ਼ਿਲ੍ਹੇ ਦੇ ਹੀ ਵਸਨੀਕ ਹੋ ਔਰ ਇਸ ਜ਼ਿਲ੍ਹੇ ਦੇ ਹੀ ਇੱਕ ਬਹੁਤ ਹੀ ਮਸ਼ਹੂਰ ਹਸਪੀਟਲ ਦੇ ਵਿੱਚ ਤੁਹਾਡੀ ਨਿਯੁਕਤੀ ਹੋਈ ਹੈ। ਜੇ ਤੁਹਾਡੀ ਵਿਸ਼ੇ ਦੀ ਗੱਲ ਕਰੀਏ, ਜਿਸ ਵਿਸ਼ੇ ਦੇ ਤੁਸੀਂ ਡਾਕਟਰ ਹੋ, ਗਾਇਨੀ ਸਪੈਸ਼ਲਿਸਟ ਹੋ ਤੁਸੀਂ, ਅਤੇ ਇਹਦੇ ਬਾਰੇ ਕੀ ਜਾਣਕਾਰੀ ਦਿਓਗੇ ਸਾਡੇ ਦਰਸ਼ਕਾਂ ਨੂੰ? ਹਾਂਜੀ, ਮੈਂ ਗਾਇਨੀ ਦੇ ਨਾਲ ਜੋ ਵੀ ਰਿਲੇਟਡ ਔਰਤਾਂ ਦੀਆਂ ਬਿਮਾਰੀਆਂ ਜੋ ਹੈ, ਹਰ ਏਜ ਗਰੁੱਪ ਦੇ ਹਿਸਾਬ ਦੇ ਨਾਲ ਜੋ ਵੀ ਪ੍ਰੋਬਲਮਸ ਔਰਤਾਂ ਨੂੰ ਆਉਂਦੀਆਂ ਨੇ, ਉਹ ਸਾਰੀਆਂ ਬਿਮਾਰੀਆਂ ਨਾਲ ਜੋ ਹੈ ਮੈਂ ਡੀਲ ਕਰਦੀ ਹਾਂ। ਜਿਵੇਂ ਕਿ ਅਗਰ ਆਪਾਂ ਦੇਖੀਏ ਤਾਂ ਪ੍ਰੈਗਨੈਂਸੀ ਦੇ ਨਾਲ ਰਿਲੇਟਡ ਜੋ ਵੀ ਹੈ ਸਾਰੀਆਂ ਪ੍ਰੋਬਲਮਸ ਹੈ, ਕੋਈ ਨੋਰਮਲ ਪ੍ਰੈਗਨੈਂਸੀ ਹੈ ਜਾਂ ਫਿਰ ਪ੍ਰੈਗਨੈਂਸੀ ਦੇ ਵਿੱਚ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਥਾਇਰੋਇਡ ਦੀ ਪ੍ਰੋਬਲਮ ਹੈ, ਜਾਂ ਫਿਰ ਪ੍ਰੈਗਨੈਂਸੀ ਦੇ ਵਿੱਚ ਘੱਟ ਟਾਈਮ ਦੇ ਉੱਤੇ ਕੋਈ ਬੱਚਾ ਗਿਰ ਜਾਣ ਦੀ ਪ੍ਰੋਬਲਮ ਹੈ, ਜਾਂ ਫਿਰ ਕੋਈ ਬਲੀਡਿੰਗ ਘੱਟ ਟਾਈਮ ਦੇ ਉੱਤੇ ਸਟਾਰਟ ਹੋ ਜਾਂਦੀ ਹੈ, ਕਿਸੇ ਵੀ ਤਰ੍ਹਾਂ ਦੀ ਪ੍ਰੈਗਨੈਂਸੀ ਦੇ ਨਾਲ ਰਿਲੇਟਡ ਕੋਈ ਵੀ ਕੰਪਲੀਕੇਸ਼ਨ ਹੈ, ਉਸ ਦੇ ਨਾਲ ਇੱਥੇ ਆਪਾਂ ਡੀਲ ਕਰ ਸਕਦੇ ਹਾਂ। ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹੌਸਪੀਟਲ ਦੇ ਵਿੱਚ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਹਨ ਔਰ 24 ਆਵਰਸ ਅਵੇਲੇਬਿਲਿਟੀ ਹੈ। ਤਾਂ ਕੋਈ ਵੀ ਪ੍ਰੋਬਲਮ ਪ੍ਰੈਗਨੈਂਸੀ ਰਿਲੇਟਡ ਆਉਂਦੀ ਹੈ ਐਂਡ ਨੋਨ ਪ੍ਰੈਗਨੈਂਸੀ ਰਿਲੇਟਡ ਅਗਰ ਆਪਾਂ ਨੋਰਮਲ ਲੇਡੀਜ਼ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜੋ ਬੇਸਿਕਲੀ ਕੁੜੀਆਂ ਹੁੰਦੀਆਂ ਹਨ, ਜੋ 18 to 23, 24 ਈਅਰਸ ਦੀਆਂ ਗਰਲਸ ਹੁੰਦੀਆਂ ਹਨ, ਉਹਨਾਂ ਦੇ ਵਿੱਚ ਜੋ ਪ੍ਰੋਬਲਮ ਆਉਂਦੀ ਹੈ ਪੀਰੀਅਡਸ ਦੇ ਨਾਲ ਰਿਲੇਟਡ ਆਉਂਦੀ ਹੈ। ਕਿਸੇ ਨੂੰ ਪੀਰੀਅਡਸ ਨਹੀਂ ਆਉਂਦੇ, ਬਹੁਤ ਟਾਈਮ ਬਾਅਦ ਆਉਂਦੇ ਹਨ ਜਾਂ ਜ਼ਿਆਦਾ ਆਉਂਦੇ ਹਨ, ਤਾਂ ਉਹ ਸਾਰੀਆਂ ਚੀਜ਼ਾਂ ਜੋ ਹੈ ਜਿਸ ਨੂੰ ਆਪਾਂ PCOD ਨਾਲ ਰਿਲੇਟ ਕਰ ਰਹੇ ਹਾਂ, PCOD ਵਾਲੀਆਂ ਪ੍ਰੋਬਲਮਸ 'ਤੇ ਹੁਣ ਡੀਲ ਕਰਦੇ ਹਾਂ। ਜਾਂ ਫਿਰ ਜੋ ਵੀ ਲੇਡੀਜ਼ ਨੂੰ ਨੋਰਮਲ ਏਜ ਗਰੁੱਪ ਦੇ ਵਿੱਚ ਬਲੀਡਿੰਗ ਦੀ ਪ੍ਰੋਬਲਮ ਆਉਂਦੀ ਹੈ, ਕੋਈ ਰਸੌਲੀਆਂ ਹਨ, ਫਾਈਬਰੋਇਡਸ ਜਿਹਨਾਂ ਨੂੰ ਕਹਿੰਦੇ ਹਾਂ, ਅਡੀਨੋਮਾਇਓਸਿਸ ਹੈ, ਕੁਛ ਵੀ ਪ੍ਰੋਬਲਮ ਹੈ ਉਸ ਚੀਜ਼ ਦੇ ਨਾਲ ਡੀਲ ਕਰਦੇ ਹਾਂ। ਬਾਕੀ ਕੋਈ ਵੀ ਕਿਸੇ ਨੂੰ ਵੀ ਲਿਕੋਰੀਆ ਕਹਿ ਦਿੰਦੇ ਆ, ਪਾਣੀ ਪੈਂਦਾ ਹੈ, ਸ਼ਿਕਾਇਤ ਹੈ ਇਸ ਤਰ੍ਹਾਂ ਦੀ, ਉਹ ਸਾਰੀਆਂ ਪ੍ਰੋਬਲਮਸ ਨਾਲ ਵੀ ਆਪਾਂ ਇੱਥੇ ਡੀਲ ਕਰਦੇ ਹਾਂ। ਐਂਡ ਸਰਜੀਕਲ ਅਗਰ ਆਪਾਂ ਸਰਜਰੀਜ਼ ਦੀ ਗੱਲ ਕਰੀਏ ਤਾਂ ਨੋਰਮਲ ਡਿਲੀਵਰੀ ਜੋ ਹੈ, ਪੇਨਲੈਸ ਨੋਰਮਲ ਡਿਲੀਵਰੀ ਐਂਡ ਸਿਜ਼ੇਰੀਅਨ, ਪਹਿਲਾਂ ਜਿਨ੍ਹਾਂ ਦੇ ਵੱਡੇ ਆਪਰੇਸ਼ਨ ਹੋਏ ਹਨ ਉਹਨਾਂ ਨੂੰ ਵੱਡੇ ਆਪਰੇਸ਼ਨ ਦੀ ਸੁਵਿਧਾ ਜੋ ਹੈ ਉਪਲਬਧ ਹੈ। ਐਂਡ ਰਸੌਲੀਆਂ ਦੀ ਪ੍ਰੋਬਲਮ ਹੈ, ਰਸੌਲੀਆਂ ਨਿਕਲਵਾਉਣੀਆਂ, ਜਾਂ ਫਿਰ ਬੱਚੇਦਾਨੀ ਇੱਕ ਉਮਰ ਤੋਂ ਬਾਅਦ ਫੈਮਿਲੀ ਕੰਪਲੀਟਡ ਹੈ, ਬੱਚੇਦਾਨੀ ਨਿਕਲਵਾਉਣਾ ਚਾਹੁੰਦੇ ਹਨ, ਜਾਂ ਫਿਰ ਉਸ ਦਾ ਵੀ ਆਪਰੇਸ਼ਨ ਹੋ ਸਕਦਾ ਹੈ। ਐਂਡ ਕਿਸੇ ਨੂੰ ਕੋਈ ਭਾਰ ਪੈਂਦਾ ਹੈ, ਪ੍ਰੋਲੈਪਸ ਦੀ ਪ੍ਰੋਬਲਮ ਆ ਜਾਂਦੀ ਹੈ, ਬੱਚੇਦਾਨੀ ਬਾਹਰ ਆਉਂਦੀ ਹੈ, ਤਾਂ ਉਹ ਵੀ ਆਪਾਂ ਆਪਰੇਸ਼ਨ ਇੱਥੇ ਕਰ ਸਕਦੇ ਹਾਂ। ਡਾਕਟਰ ਸਾਹਿਬ, ਇਹ ਤਾਂ ਤੁਸੀਂ ਬੜੀ ਵਿਸਤਾਰਪੂਰਵਕ ਦੱਸਿਆ ਵੀ ਕਿਹੜੇ ਕਿਹੜੇ ਇਲਾਜ ਇੱਥੇ ਕੀਤੇ ਜਾਂਦੇ ਨੇ ਔਰ ਕਿਸ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਗੁਰੂ ਨਾਨਕ ਮਿਸ਼ਨ ਹਸਪੀਟਲ ਹਨ। ਜੇ ਆਪਾਂ ਫਿਰ ਪ੍ਰੈਗਨੈਂਸੀ ਦੀ ਗੱਲ ਕਰੀਏ ਮੈਡਮ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਦੇਖਿਆ ਗਿਆ ਹੈ ਕਿ ਪਹਿਲੇ ਸਮੇਂ ਦੇ ਵਿੱਚ ਨੋਰਮਲ ਡਿਲੀਵਰੀ ਜ਼ਿਆਦਾ ਹੁੰਦੀਆਂ ਸਨ ਔਰ ਅੱਜ ਕੱਲ੍ਹ ਸਰਜਰੀਅਨ ਆਪਰੇਸ਼ਨ ਜ਼ਿਆਦਾ ਹੁੰਦੇ ਹਨ, ਇਹਦਾ ਕੀ ਕਾਰਨ ਹੈ? ਇਸ ਦੇ ਬਹੁਤ ਸਾਰੇ ਕਾਰਨ ਨੇ। ਪੇਸ਼ੈਂਟ ਜੋ ਹੈ ਉਹ ਆਪਣੇ ਪਾਰਟ 'ਤੇ ਹੀ ਸ਼ੁਰੂ ਤੋਂ ਹੀ ਮੋਟੀਵੇਟਡ ਆਉਂਦੀ ਹੈ ਕਿ ਮੈਂ ਨੋਰਮਲ ਡਿਲੀਵਰੀ ਨਹੀਂ ਕਰਾਉਣੀ। ਵੈਸੇ ਹਾਲਾਂਕਿ ਬਹੁਤ ਜ਼ਿਆਦਾ ਕਾਉਂਸਲਿੰਗ ਕੀਤੀ ਜਾਂਦੀ ਹੈ, ਮੈਂ ਯੂਜੂਲੀ ਆਪਣੇ ਪੇਸ਼ੈਂਟਸ ਨੂੰ ਬਹੁਤ ਕਾਉਂਸਲ ਕਰਦੀ ਹਾਂ ਕਿ ਨੋਰਮਲ ਡਿਲੀਵਰੀ ਹਮੇਸ਼ਾ ਹੀ ਸਿਜ਼ੇਰੀਅਨ ਤੋਂ ਬੈਟਰ ਹੁੰਦੀ ਹੈ। ਬਟ ਪੇਸ਼ੈਂਟ ਜੋ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ ਚੀਜ਼ ਲਈ ਕੰਪਲੀਕੇਸ਼ਨਸ ਲਈ ਅਵੇਅਰ ਹਨ ਕਿ ਕੰਪਲੀਕੇਸ਼ਨ ਇਹ ਆ ਜਾਂਦੀ ਹੈ, ਤਾਂ ਪੇਸ਼ੈਂਟ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਹੁੰਦੇ।
ਐਂਡ ਮੋਰ ਓਵਰ ਲੇਟ ਕੰਸੈਪਸ਼ਨ ਹੁੰਦੀ ਹੈ, ਮਤਲਬ ਪ੍ਰੈਗਨੈਂਸੀ ਹੁੰਦੀ ਨਹੀਂ ਹੈ, ਬਹੁਤ ਲੇਟ ਮੈਡੀਸਿਨਸ ਤੋਂ ਬਾਅਦ ਹੁੰਦੀ ਹੈ, ਤਾਂ ਪੇਸ਼ੈਂਟ ਥੋੜ੍ਹੇ ਜ਼ਿਆਦਾ ਅਵੇਅਰ ਹੁੰਦੇ ਆ ਕਿ ਅਸੀਂ ज़्यादा रिस्क नहीं लेना चाहते। बट हाँ, जिन्हों की नॉर्मल डिलीवरी आराम नाल हो सकती है तो बेटर है कि नॉर्मल डिलीवरी वाली ही जाना चाहिए, क्योंकि पेशेंट लिए वो सेफ होंगी है। मैडम ये औरतों की प्रैगनेंसी बारे होर गल करिए, जिस तरह के प्रैगनेंसी टाइम दे विच किहड़ियां प्रिकॉशनस किहड़ियां सावधानियां रखनियां चाहिए ने प्रैगनेंट लेडी नूं? देखो, प्रैगनेंसी ते डिपेंड करता है कि प्रैगनेंसी किस तरह की चल रही है। अगर किसी लेडी नूं, कोई भी लेडी अपनी डाइट का ध्यान नहीं रखती है, जिमें कि नोटिस किया है कि आयरन टैबलेट्स नहीं खाती है, कैल्शियम टैबलेट्स नहीं लैंदी है, तो उस दे नाल की आंदा उसदी आनी शुरू हो जाती है। तो एक बार खून की कमी आती है तो फिर खून पूरा करन दे विच जो है वो दिक्कत आती है। या फिर प्रैगनेंट लेडीज़ अगर आयरन नहीं खा रही हैं, फिर वो कोई ब्लीडिंग होंदी है या कुछ होता है तो खून की जो है उन्होंने बोतलों भी चढ़ानियाँ पै जांदियां। तो ये सारिया चीज़ों के लिए पहला ही उन्होंने काउंसल करना बहुत ज़रूरी है। बाकी हैल्दी डाइट अपनी सारी जो है जो एरिए के हिसाब के नाल देखिए तो अवेयरनेस घट है लेडीज़ के विच कि उन्होंने इस चीज़ का आइडिया नहीं है कि सानू हैल्दी लाइट पूरी बैलेंस डाइट लैनी चाहिए है। प्रॉपर जो डाइटिशियन भी है ने इत्थे साडे कोल, कोई भी प्रैगनेंट लेडी आती है, एक प्रॉपर डाइट चार्ट है कि उसको इन्नियां कैलरीज लेनियां चाहिए, इन्ना फैट इन्ना प्रोटीन लेना चाहिए है। बट वो जो भी रेगूलर विजिट पर पेशेंट आती है तो आप उसको समझाते हाँ। डॉक्टर साहब, ये तो तुसी बड़ी भरपूर जानकारी दी है। मैनू लगता है भी साडे ऑडियंस जिहड़े सुनणगे वो इहदा बहुत फायदा लैणगे और अगे तो उन्हां चीज़ों का ध्यान भी रखणगे। जिस तरह कि तुसी दस्सिया बई तुसी पहलां भी एज ए क्योंकि वैल क्वालीफाइड डॉक्टर हो तुसी और वैल तुसी अपनी लाइन दे विच MD हो, और तुसी की महसूस किया जदों तुसी इत्थे ढाहां कलेरां दे विच आए हो, नवें आए हो, की महसूस करते हो भी इत्थे हर तरह दी सहूलतां मौजूद ने कि किसी कंपलीकेशन के केस दे विच इत्थों तुहानूं किते होर रैफर करना पएगा? नहीं, देखो इस तरह की तो ठीक है क्योंकि ब्लड बैंक भी अवेलेबल है अंदर। जो सब तो वड्डी गल है प्रैगनेंसी दे विच ब्लीडिंग दे नाल अगर पेशेंट आता है तो सब तो वड्डी प्रॉब्लम उहदे विच हुंदी है। बट ब्लड बैंक अवेलेबल है तो इस तरह पेशेंट नूं बाहर किते नहीं जाना पएगा। लैब फैसिलिटीज़ 24 आवर्स अवेलेबल ने एंड ऑपरेशन थिएटर फैसिलिटीज़, OT स्टाफ ट्रेनड एंड एवरीथिंग इट इज़ आई थिंक हर तरह के इक्विपमेंट्स हर तरह के अवेलेबल ने, उस दे विच एज सच कोई प्रॉब्लम नहीं है। की सुनेहा दोगे ऑडियंस नूं, पेशेंट नूं बई इत्थे गुरु नानक मिशन हॉस्पिटल दे विच हर तरह दी सहूलतां मौजूद ने, ते जिस तरह कि आम धारणा हो जाती है भी जे कोई ज़्यादा जरूरी ज़्यादा वधिया हॉस्पिटल दे विच जाना तो लोग DMC जाते हैं जां जलंधर जाते हैं, की उन्हां नूं जरूरत है कि हर तरह का इत्थे इलाज है जी? हाँ जी बिल्कुल, क्योंकि मल्टी स्पैशलिटी हॉस्पिटल है, मेडिसन के डॉक्टर ने, ऑर्थो के डॉक्टर ने, सर्जरी के डॉक्टर ने, न्यूरो सर्जन ने, तो एज सच मल्टी स्पैशलिटी होने करके हर तरह के फील्ड के जो डॉक्टर इत्थे अवेलेबल ने। तो गायनी नाल रिलेटेड तो गायनाकोलॉजिस्ट मैं तुहानूं दस्सिया कि मैं एज अ गायनाकोलॉजिस्ट ज्वाइन किया है। तो मल्टी स्पैशलिटी हॉस्पिटल है विद ब्लड बैंक है, विद एवरी फैसिलिटी अवेलेबल। सो सारिਆਂ ਨੂੰ मेरे ख्याल दे नाल इत्थे आके विजिट करना चाहिए है। जो भी लोकल एरिया है या कुछ भी है, DMC बहुत दूर पैंदा, पेशेंट अफोर्ड भी नहीं कर पाते एंड तो यही मैं रिकमेंड करांगी कि अच्छा हॉस्पिटल है एंड एवरी फैसिलिटी अवेलेबल है, तो पेशेंट जो है ज़रूर एक बार ढाहां कलेरां के विजिट करन। ਇਹਦੇ ਵਿੱਚ जो है वो मैंशन करना चाहनी कि सारिया लेडीज़ जो होंदियां ने 21-22 की एज तो बाद उन्होंने अपना पैप्समीयर का टेस्ट जरूर करवाना चाहिए, क्योंकि जो कैंसर की सर्वाइकल कैंसर की प्रॉब्लम है वो बहुत जल्दी पकड़ी जा सकती है। अगर कोई छोटी जी भी प्रॉब्लम के उत्ते आइडली वो हर लेडी का ही स्क्रीनिंग पैप्समीयर टेस्ट होना चाहिए। तो लेडीज़ ਨੂੰ ਇੱਕ ਵਾਰੀ विजिट जरूर करना चाहिए जो इस एज ग्रुप ਦੇ ਵਿੱਚ ਆਉਂਦੀਆਂ ਨੇ, ताकि उन्होंने एक स्क्रीनिंग जो है वो हो सके, जो बहुत ही ज़्यादा रिकमेंडेड है। तो बेशक कोई भी प्रॉब्लम है या बेशक कोई भी प्रॉब्लम नहीं है, बट रूटीन चैकअप लिए लेडीज़ को अपना जो है वो ज़रूर आना चाहिए। डॉक्टर RK अमनदीप जी, तुहाडा साडे चैनल ते वार्ता करने लिए बहुत बहुत थैंक यू है। तुसीं सुनिया कि डॉक्टर RK अमनदीप जी एक बहुत ही पहला तो खुशी वाली गल है कि यह शहीद भगत सिंह नगर के ही वसनीक ने, और जिस तरह के दस्सिया गया है कि इन्हों का पिंड भी इस शहर इस जिले के विच ही पैंदा है, और इन्होंने मुढ़ली अपनी जी पढ़ाई है वो इस जिले तो शुरू करके बहुत वड्डी विद्या इन्होंने हासिल की है, और माहर ने अपने गायनी दे विच और वड्डी डिग्री इन्होंने हासिल की। और जिस तरह इन्होंने दस्सिया है कि हर तरह की सहूलत इत्थे गुरु नानक मिशन हॉस्पिटल दे विच है, और लोगों नूं इस इलाके के खास करके लोगों नूं किसी भी बाहर हॉस्पिटल जलंधर लुधियाना जां होर वड्डे शहरों के जाने की जरूरत नहीं है। और हर तरह के जिस तरह इन्हों का कहना है कि इक्विपमेंट्स भी इत्थे हैं, जिस तरह के ऑपरेशन के सारे इंतजाम
ਪ੍ਰੋਗਰਾਮ ਤੇ ਹਨ ਔਰ ਨਾਲ ਹੀ ਇਹਨਾਂ ਨੇ ਪ੍ਰੈਗਨੈਂਟ ਲੇਡੀਜ਼ ਨੂੰ ਪ੍ਰੀਕਾਸ਼ਨ ਵੀ ਦੱਸੀਆਂ ਹੈ ਕਿ ਚੰਗੇ ਫੂਡ ਖਾਣੇ ਚਾਹੀਦੇ ਹਨ। ਜਿਸ ਤਰ੍ਹਾਂ ਇਹਨਾਂ ਨੇ ਆਪਣੀ ਮੈਡੀਕਲ ਲੈਂਗੁਏਜ ਦੇ ਵਿੱਚ ਆਇਰਨ ਔਰ ਹੋਰ ਵਿਟਾਮਿਨ ਦੀ ਵਰਤੋਂ ਬਾਰੇ ਦੱਸਿਆ ਔਰ ਨਾਲ ਹੀ ਇਹਨਾਂ ਨੇ ਦੱਸਿਆ ਕਿ ਮੈਕਸੀਮਮ ਫਰੂਟ ਜ਼ਰੂਰ ਪ੍ਰੈਗਨੈਂਟ ਲੇਡੀ ਨੂੰ ਖਾਣੇ ਚਾਹੀਦੇ ਹਨ।